देखो मेन PDF उन्हें भेजी है, देखो बेटे जी। सैबी गाइडलाइंस की है राजे, देखो सैबी एक सिक्योरिटी एक्सचेंज बोर्ड ऑफ इंडिया वा राजे, जो कोई भी कंपनी कुछ भी अपने शेयरस इशू करती है, ठीक है ना, तो कुछ उन्होंने सैबी दी गाइडलाइंस जड़ियाँ वो फॉलो करनी पैंदियां ने। जनरल कंडीशनस की ने, कहना एन इशूर ऑफरिंग सिक्योरिटी थ्रू ए पब्लिक इशू शैल सैटिस्फाई द कंडीशनस एट द टाइम ऑफ फाइलिंग ड्राफ्ट डॉक्यूमेंट एट द रजिस्ट्रेशन विद रजिस्ट्रार ऑफ कंपनी स्टॉक एक्सचेंज। देखो राजे सारे डॉक्यूमेंट्स तुसीं ਜਦੋਂ ਵੀ ਤੁਸੀਂ ਕੋਈ ਪਬਲਿਕ ਇਸ਼ੂ ਕਰਨਾ ਵਾ ਤਾਂ ਪਬਲਿਕ ਇਸ਼ੂ ਦੇ ਰਿਗਾਰਡਿੰਗ ਜਾਂ ਇਸ਼ੂ ਆਫ ਸ਼ੇਅਰ ਦੇ ਰਿਗਾਰਡਿੰਗ ਸਾਰੇ ਜਿਹੜੇ ਡਾਕੂਮੈਂਟ ਹੁੰਦੇ ਨੇ ਰਜਿਸਟ੍ਰੇਸ਼ਨ ਦੇ ਉਹ ਰਜਿਸਟਰਾਰ ਆਫ ਕੰਪਨੀ ਦੇ ਨਾਲ ਜਮ੍ਹਾਂ ਕਰਵਾਉਣੇ ਹੁੰਦੇ ਨੇ, ਠੀਕ ਹੈ। ਨੋ ਇਸ਼ੂਅਰ ਸ਼ੈਲ ਮੇਕ ਅ ਪਬਲਿਕ ਇਸ਼ੂ ਆਫ ਦ ਸਪੈਸੀਫਾਈਡ ਸਿਕਿਉਰਿਟੀ ਇਫ, ਕੋਈ ਵੀ ਬੰਦਾ ਸ਼ੇਅਰ ਇਸ਼ੂ ਨਹੀਂ ਕਰ ਸਕਦਾ ਜਾਂ ਸਿਕਿਉਰਿਟੀ ਇਸ਼ੂ ਨਹੀਂ ਕਰ ਸਕਦਾ ਇਫ ਦ ਇਸ਼ੂਅਰ ਔਰ ਡਾਇਰੈਕਟਰ ਔਰ ਪਰਸਨ ਇਨ ਕੰਟਰੋਲ ਫਰੋਮ ਦ ਇਸ਼ੂਅਰ ਹੈਜ਼ ਡੀ ਬਾਰਡ ਫਰੋਮ ਅਸੈਸਿੰਗ ਦ ਕੈਪੀਟਲ ਮਾਰਕੀਟ। ਅਗਰ ਕੋਈ ਵੀ ਕੰਪਨੀ ਡੀ ਬਾਰਡ ਕੀਤੀ ਹੋਈ ਹੈ ਸੈਬੀ ਨੇ, ਡੀ ਬਾਰਡ ਮਤਲਬ ਉਹਦੀ ਐਂਟਰੀ ਨਹੀਂ ਹੈਗੀ ਅਲਾਊਡ, ਠੀਕ ਹੈ ਨਾ, ਤਾਂ ਉਹ ਕੰਪਨੀ ਇਸ਼ੂ ਨਹੀਂ ਕਰ ਸਕਦੀ। ਮਤਲਬ ਸੈਬੀ ਜਿਹਨੂੰ ਡੀ ਬਾਰਡ ਕਰ ਦਿੰਦੀ ਆ ਉਹ ਇਸ਼ੂ ਨਹੀਂ। ਡੀ ਬਾਰਡ ਸਮਝਦੇ ਹੋ ਨਾ, ਕਿ ਅਗਰ ਸੈਬੀ ਨੇ ਕਹਿਤਾ ਕਿ ਆਹ ਕੰਪਨੀ ਨੇ ਗਲਤ ਕੰਮ ਕੀਤੇ ਹੋਇਆ ਪਹਿਲਾਂ, ਇਹਦੀ ਐਂਟਰੀ ਅਲਾਊਡ ਨਹੀਂ ਹੈਗੀ, ਦੈਨ ਉਹ ਕੰਪਨੀ ਇਸ਼ੂ ਨਹੀਂ ਕਰ ਸਕਦੀ ਸ਼ੇਅਰ ਆਫ ਸਿਕਿਉਰਿਟੀਜ਼। ਇਹ ਸਿਕਿਉਰਿਟੀਜ਼ ਦੇ ਰੂਲ ਆ। ਕਹਿੰਦਾ ਇਫ ਐਨੀ ਪ੍ਰਮੋਟਰ और कंट्रोल ऑफ द इशूअर वाज आल्सो अ प्रमोटर और अदर कंपनी विच इज़ डी बार्ड, अगर कोई भी कंपनी का प्रमोटर आ ਉਹਦੀ एंट्री अलाउड नहीं हैगी, वो कंपनी के भी नहीं इशू होणगे। इफ द इशू ऑफ द कन्वर्टेबल डेट इंस्ट्रूमेंट विलफुल डिफॉल्टर पब्लिश्ड बाय द RBI, अगर कंपनी डिफॉल्टर आ RBI के थ्रू, ठीक है ना, ਤਾਂ भी वो इशू नहीं कर सकती। उस तो अलावा अनलैस इट हैज़ मेड एप्लीकेशन टू वन और मोर रिकॉगनाइज्ड स्टॉक एक्सचेंज फॉर लिस्टिंग ऑफ सिक्योरिटीज़, ਜਿਹੜੀਆਂ ਸਿਕਿਉਰਿਟੀਜ਼ ਨੇ ਉਹ ਲਿਸਟਡ ਹੋਣੀਆਂ ਚਾਹੀਦੀਆਂ, ਜੇ ਲਿਸਟਡ ਨਹੀਂ ਹੈਗੀਆਂ ਤਾਂ ਨਹੀਂ ਉਹ ਮਾਰਕੀਟ ਦੇ ਵਿੱਚ ਕਰ ਸਕਦੇ। ਅਨਲੈਸ ਇਟ ਹੈਜ਼ ਬੀਨ ਐਂਟਰਡ ਇਨਟੂ ਐਨ ਐਗਰੀਮੈਂਟ ਵਿਦ ਦ ਡਿਪੋਜ਼ਿਟਰੀ ਫॉर ਡੀਮਟੀਰੀਅਲਾਈਜੇਸ਼ਨ ਆਫ ਸਪੈਸੀਫਾਈਡ ਸਿਕਿਉਰਿਟੀਜ਼ ਆਲਰੇਡੀ ਇਸ਼ੂ, ਜਿਹੜੀਆਂ ਤੁਹਾਡੀਆਂ ਸਿਕਿਉਰਿਟੀਜ਼ ਹੋਣੀਆਂ ਚਾਹੀਦੀਆਂ ਨੇ ਉਹ ਡੀਮਟੀਰੀਅਲਾਈਜ਼ਡ ਹੋਣੀਆਂ ਚਾਹੀਦੀਆਂ ਨੇ, ਤਾਂ ਹੀ ਤੁਸੀਂ ਕਰ ਸਕਦੇ ਹੋ, ਨਹੀਂ ਤਾਂ ਨਹੀਂ ਕਰ। ਡੀਮਟੀਰੀਅਲਾਈਜੇਸ਼ਨ ਮਤਲਬ ਇਲੈਕਟ੍ਰੋਨਿਕਲੀ ਫਾਰਮ 'ਚ ਹੋਣੀਆਂ ਚਾਹੀਦੀਆਂ ਨੇ। unless all existing partly paid up equity share have either been fully paid up, ਕੰਪਨੀ ਉਦੋਂ ਤੱਕ ਨਵੇਂ ਸ਼ੇਅਰ ਇਸ਼ੂ ਨਹੀਂ ਕਰ ਸਕਦੀ ਜਦ ਤੱਕ ਪੁਰਾਣੇ ਸ਼ੇਅਰਾਂ ਦੀ ਸਾਰਿਆਂ ਦੀ ਪੇਮੈਂਟ ਉਹਨੇ ਆਪਣੇ ਬੰਦਿਆਂ ਤੋਂ ਨਹੀਂ ਲਈ ਹੋਈ। ਮਤਲਬ ਸਾਰੇ ਕੰਪਨੀ ਦੇ ਸ਼ੇਅਰ ਫੁੱਲੀ ਪੇਡ ਹੋਣੇ ਚਾਹੀਦੇ ਨੇ ਤਾਂ ਹੀ ਕਰ ਸਕਦੇ ਆ, ਨਹੀਂ ਤਾਂ ਨਹੀਂ ਕਰ ਸਕਦੇ। unless firm arrangement of finance through variable means towards 75% of the means of finance including the amount to be raised through proposed public issue, ਉਹ ਕਹਿੰਦਾ ਤਾਂ ਹੀ ਤੁਸੀਂ ਸ਼ੇਅਰ ਇਸ਼ੂ ਕਰ ਸਕਦੇ ਹੋ ਮਾਰਕੀਟ 'ਚ ਅਗਰ ਘੱਟੋ ਘੱਟ 75% ਪੈਸਾ ਤੁਸੀਂ ਪਬਲਿਕ ਇਸ਼ੂ ਦੇ ਥਰੂ ਮੰਗਾ ਰਹੇ ਹੋ, 25% ਪ੍ਰਾਈਵੇਟ ਇਸ਼ੂ। ਉਸ ਤੋਂ ਬਾਅਦ ਕੀ ਰੂਲਸ ਨੇ? ਅਪਾਇੰਟਮੈਂਟ ਆਫ ਮਰਚੈਂਟ ਬੈਂਕਰ ਐਂਡ ਅਦਰ ਇੰਟਰਮੀਡੀਏਟਰੀਜ਼। ਦੇਖੋ ਜੀ ਕੋਈ ਵੀ ਪਬਲਿਕ ਕੰਪਨੀ ਆ ਜਿਹਨੇ ਸ਼ੇਅਰ ਇਸ਼ੂ ਕਰਨੇ ਆ ਉਹਨੂੰ ਮਰਚੈਂਟ ਬੈਂਕਰ ਰੱਖਣਾ ਪੈਂਦਾ। ਮਰਚੈਂਟ ਬੈਂਕਰ ਮਤਲਬ ਜਿਹੜਾ ਤੁਹਾਡੀ ਗਰੰਟੀ ਲਵੇ। ਕਹਿੰਦਾ ਇਸ਼ੂਅਰ ਸ਼ੈਲ ਅਪਾਇੰਟ ਵਨ ਔਰ ਮੋਰ ਮਰਚੈਂਟ ਬੈਂਕਰ ਐਟ ਲੀਸਟ ਵਨ ਵਿਚ ਲੀਡ ਟੂ ਐਂਡ ਸ਼ੈਲ ਅਪਾਇੰਟ ਅਦਰ ਇੰਟਰਮੀਡੀਏਟਰੀ ਇਨ ਕੰਸਲਟੇਸ਼ਨ ਵਿਦ ਦ ਲੀਡ merchant banker to carry out the obligation related to the issue. The issuer shall in consultation with the lead merchant banker appoint only those intermediaries which are registered in the board. ਸਿਰਫ ਉਹੀ ਮਰਚੈਂਟ ਬੈਂਕਰ। ਦੇਖੋ ਇਹ ਕਿਉਂ ਆ ਕਿ ਜਿਹੜਾ ਮਰਚੈਂਟ ਬੈਂਕਰ ਹੋਣਾ ਚਾਹੀਦਾ ਉਹ ਵੀ ਰਜਿਸਟਰਡ ਹੋਣਾ ਚਾਹੀਦਾ, ਪਲੱਸ ਜਿਹੜੇ ਉਹ ਅੱਗੇ ਬੰਦੇ ਰੱਖੂਗਾ ਜਿਹੜੇ ਤੁਹਾਡੇ ਸ਼ੇਅਰਸ ਨੂੰ ਇਸ਼ੂ ਕਰਾਉਣਗੇ ਉਹ ਵੀ ਰਜਿਸਟਰਡ ਰੱਖਣਗੇ। The lead merchant banker shall only after independently assessing the capability of the other to carry out their obligation advise the issuer of their appointment. ਮੇਨ ਮਰਚੈਂਟ ਬੈਂਕਰ ਦਾ ਕੀ ਕੰਮ ਹੁੰਦਾ ਕਿ ਜਿਹੜੇ ਇੰਟਰਮੀਡੀਏਟਰੀਜ਼ ਆਪਾਂ ਰੱਖਣੇ ਆ ਜਿਹੜੇ ਤੁਹਾਡੇ ਸ਼ੇਅਰ ਵੇਚਣਗੇ ਉਹਨਾਂ ਦਾ ਪ੍ਰੋਪਰ ਉਹਨਾਂ ਨੂੰ ਰੈਗੂਲੇਟ ਕਰ ਸਕੇ ਕੀਤਾ ਜਾ ਸਕੇ ਅਤੇ ਵਧੀਆ ਬੰਦੇ ਰੱਖੇ ਜਾ ਸਕੇ। ਮਰਚੈਂਟ ਬੈਂਕਰ ਦੀ ਬਹੁਤ ਜ਼ਿੰਮੇਵਾਰੀ ਹੁੰਦੀ ਹੈ। The issuer shall enter into an agreement with the lead merchant banker in the format specified with the intermediate। ਰਾਜੇ ਮੋਟੀ ਗੱਲ ਮੈਂ ਤੁਹਾਨੂੰ ਦੱਸਦਾ, ਮੇਨ ਕੰਮ ਤੁਸੀਂ ਮਰਚੈਂਟ ਬੈਂਕਰ ਰੱਖਣਾ ਹੁੰਦਾ। ਮਰਚੈਂਟ ਬੈਂਕਰ ਰੱਖਣ ਦਾ ਮਤਲਬ ਕੀ ਹੋ ਜਾਂਦਾ ਵਾ ਕਿ ਅਗਲੇ ਜਿਹੜੇ ਬੰਦੇ ਹੁੰਦੇ ਨੇ ਫਿਰ ਮਰਚੈਂਟ ਬੈਂਕ ਰეკਮੈਂਡ ਕਰਦਾ ਅਤੇ ਉਹ ਰਜਿਸਟਰਡ ਹੁੰਦੇ ਨੇ। ਉਹਦੇ ਨਾਲ ਤੁਹਾਡੀ ਜਿਹੜੀ ਇਸ਼ੂ ਦਾ ਕਹਿੰਦਾ ਤਾਂ ਇਸ਼ੂਅਰ ਸ਼ੈਲ ਅਪੁਆਇੰਟ ਰਜਿਸਟਰਾਰ, ਇਹਨਾਂ ਨੇ ਇੱਕ ਰਜਿਸਟਰਾਰ ਵੀ ਰੱਖਣਾ ਹੁੰਦਾ। ਮਰਚੈਂਟ ਬੈਂਕਰ ਤੁਹਾਨੂੰ ਮੇਨ ਫਿਰ ਗਾਈਡ ਕਰਦਾ ਕਿ ਕਿਹੜੇ ਇੰਟਰਮੀਡੀਏਟਰੀਜ਼ ਰੱਖੇ ਜਾਣ, ਕਿਹੜੇ ਰਜਿਸਟਰ ਰੱਖਣੇ ਜਾਣ ਤਾਂ ਕਿ ਤੁਹਾਡੀ ਜਿਹੜੀ ਪਬਲਿਕ ਇਸ਼ੂ ਆ ਉਹ ਪ੍ਰੋਪਰ। ਸੋ ਪਹਿਲਾ ਕੰਮ ਤਾਂ ਕੰਡੀਸ਼ਨ ਜਨਰਲ ਕੰਡੀਸ਼ਨਾਂ ਤਾਂ ਇਹੀ ਸੀਗੀਆਂ ਪਹਿਲੀਆਂ ਕਿ ਕੋਈ ਵੀ ਬੰਦਾ ਜਿਹੜਾ ਕਨਵਿਕਟ ਆ ਜਿਹਦੀ ਸਟਾਕ ਮਾਰਕੀਟ ਦੇ ਵਿੱਚ ਐਂਟਰੀ ਬੈਂਡ ਆ ਉਹ ਇਸ਼ੂ ਨਹੀਂ ਕਰ ਸਕਦਾ। ਦੂਜਾ ਸੀਗਾ ਕਿ ਇੱਕ ਮਰਚੈਂਟ ਬੈਂਕਰ ਅਪੁਆਇੰਟ ਕਰਨਾ ਹੁੰਦਾ ਜੋ ਕਿ ਰਜਿਸਟਰਡ ਹੋਣਾ ਚਾਹੀਦਾ, ਜੋ ਕਿ ਅੱਗੇ ਹੈਲਪ ਕਰਦਾ ਵਾ ਰਜਿਸਟਰ ਇੰਟਰਮੀਡੀਏਟਰੀਜ਼ ਨੂੰ ਅਪੁਆਇੰਟ ਕਰਨ ਦੇ ਵਿੱਚ ਤਾਂ ਕਿ ਤੁਹਾਡੇ ਪ੍ਰੋਪਰ ਤਰੀਕੇ ਨਾਲ ਹੋ ਸਕੇ। ਫਿਲਿੰਗ ਆਫ ਦਾ ਆਫਰ ਡਾਕੂਮੈਂਟ। ਨੋ ਆਫਰ ਸ਼ੈਲ ਮੇਕ ਅ ਪਬਲਿਕ ਇਸ਼ੂ ਔਰ ਅ ਰਾਈਟ ਇਸ਼ੂ ਵੇਅਰ ਦ ਐਗਰੀਗੇਟ ਵੈਲਿਊ ਆਫ ਦ ਸਿਕਿਉਰਿਟੀਜ਼ ਇਜ਼ 50 ਲੱਖ ਰੁਪੀਜ਼ ਔਰ ਮੋਰ। ਰਾਜੇ 50 ਲੱਖ ਤੋਂ ਉੱਪਰ
ਜੋ ਵੀ ਤੁਹਾਡਾ ਇਸ਼ੂ ਹੋਣਾ ਚਾਹੀਦਾ ਵਾ। ਜੇ 50 ਲੱਖ ਤੋਂ ਥੱਲੇ ਹੈਗਾ ਵਾ ਫਿਰ ਤੁਸੀਂ ਉਹਨੂੰ ਪਬਲਿਕ ਇਸ਼ੂ ਨਹੀਂ ਕਰ ਸਕਦੇ, ਮਤਲਬ ਘੱਟੋ ਘੱਟ ਜਿਹੜੇ ਤੁਸੀਂ ਮਾਰਕੀਟ ਦੇ ਵਿੱਚ ਸ਼ੇਅਰ ਇਸ਼ੂ ਕਰਨੇ ਆ ਉਹਨਾਂ ਦੀ ਜਿਹੜੀ ਵੈਲਿਊ ਹੈ ਦੈਟ ਸ਼ੁੱਡ ਬੀ ਮੋਰ ਦੈਨ 50 ਲੱਖ, ਤਾਂ ਹੀ ਤੁਸੀਂ ਰਾਈਟ ਇਸ਼ੂ ਕਰ ਸਕਦੇ ਹੋ ਜਾਂ ਪਬਲਿਕ ਇਸ਼ੂ ਕਰ ਸਕਦੇ ਹੋ। ਠੀਕ ਹੈ। A board may specify changes and issue observation if the offer document within 30 days from the date of the following date. The date of receipt of the draft offer। ਬੇਟੇ ਰਾਜੇ ਇਹਦੇ 'ਚ ਇਹੀ ਚੀਜ਼ ਲਿਖਣੀ ਆ ਕਿ 50 ਲੱਖ ਤੋਂ ਉੱਪਰ ਆ ਜਿਹੜਾ ਅਗਰ ਤੁਹਾਡੀ ਇਸ਼ੂ, ਤਾਂ ਹੀ ਉਹ ਤੁਸੀਂ ਇੱਥੇ ਇਸ਼ੂ ਕਰ ਸਕਦੇ ਹੋ। ਸਮਝ ਗਏ ਨਾ, ਸ਼ੇਅਰ ਇਸ਼ੂ ਕਰ ਸਕਦੇ। ਦੂਜਾ ਪੁਆਇੰਟ ਇਹ ਹੈ ਕਿ ਬੋਰਡ 30 ਦਿਨਾਂ ਦੇ ਅੰਦਰ ਅੰਦਰ ਅਗਰ ਉਹਨੇ ਕੋਈ ਆਪਣੇ ਡਾਕੂਮੈਂਟ ਦੇ ਵਿੱਚ ਚੇਂਜ ਕਰਨਾ ਵਾ, ਇਸ਼ੂ ਡਾਕੂਮੈਂਟ ਦੇ ਵਿੱਚ ਜਿਹਦੇ ਥਰੂ ਤੁਸੀਂ ਆਪਣੇ ਸ਼ੇਅਰਸ ਵੇਚਦੇ ਪਏ ਹੋ, ਤਾਂ ਕਰ ਸਕਦਾ ਵਾ। Does board specify the changes or issue observation on draft order? The issuer and lead merchant must carry out such changes, comply with the board and registrar of company। ਕੋਈ ਵੀ ਅਗਰ ਤੁਸੀਂ ਆਪਣੇ ਆਫਰ ਦੇ ਵਿੱਚ ਚੇਂਜ ਕਰਾਉਣਾ ਵਾ ਤਾਂ ਉਹ ਜਿਹੜਾ ਰਜਿਸਟਰਾਰ ਆਫ ਕੰਪਨੀ ਦੇ ਥਰੂ ਚੇਂਜ ਹੋਊਗਾ ਅਤੇ ਉਹਨਾਂ ਨੂੰ ਇੱਕ ਲੈਟਰ ਜਾਊਗੀ। The lead merchant banker shall filling the offer document with the board in the terms of sub regulation, file a copy of which document recognized stock exchange। ਹਾਂਜੀ, ਇੱਕ ਤਾਂ ਜੇ ਤੁਸੀਂ ਕੋਈ ਵੀ ਚੇਂਜ ਕਰਾਉਣਾ ਵਾ ਆਫਰ ਡਾਕੂਮੈਂਟ 'ਚ, ਇੱਕ ਕਾਪੀ ਰਜਿਸਟਰਾਰ ਨੂੰ ਜਾਊਗੀ, ਦੂਜੀ ਕਾਪੀ ਸੈਬੀ ਨੂੰ ਜਾਊਗੀ, ਬੋਰਡ ਨੂੰ ਜਾਊਗੀ। The offer document filled with the board under this shall also be furnished to the board in the soft copy। ਕੱਲੀ ਹਾਰਡ ਕਾਪੀ ਨਹੀਂ ਜਾਊਗੀ ਜੀ, ਸੌਫਟ ਕਾਪੀ ਵੀ ਜਾਊਗੀ। ਮੈਂ ਦੁਬਾਰਾ ਰਿਪੀਟ ਕਰ ਦਿੰਦਾ ਤੀਜਾ ਪੁਆਇੰਟ, ਇਹਦੇ ਵਿੱਚ ਉਹ ਇਹੀ ਕਹਿੰਦਾ ਕਿ ਜਿਹੜਾ ਆਫਰ ਡਾਕੂਮੈਂਟ ਆ ਤੁਸੀਂ ਤਾਂ ਹੀ ਇਸ਼ੂ ਕਰ ਸਕਦੇ ਹੋ ਜੇ ਤੁਹਾਡੀ 50 ਲੱਖ ਤੋਂ ਜ਼ਿਆਦਾ ਦੀ ਇਸ਼ੂ ਹੈਗੀ ਮਾਰਕੀਟ ਦੇ ਵਿੱਚ। ਅਤੇ ਉਹਦੇ ਲਈ ਤੁਸੀਂ ਮਰਚੈਂਟ ਬੈਂਕਰ ਨੂੰ ਵੀ ਦੱਸਣਾ ਹੁੰਦਾ ਵਾ, ਜਦੋਂ ਤੁਸੀਂ ਅਗਰ ਉਹ 'ਚ ਕੋਈ ਚੇਂਜਿਸ ਕਰ ਰਹੇ ਆ, ਸੈਬੀ ਨੂੰ ਵੀ ਦੱਸਣਾ ਹੁੰਦਾ ਵਾ, ਅਤੇ ਰਜਿਸਟਰਾਰ ਆਫ ਕੰਪਨੀਜ਼ ਨੂੰ ਵੀ ਦੱਸਣਾ ਹੁੰਦਾ ਵਾ। 30 ਦਿਨਾਂ ਦੇ ਅੰਦਰ ਅੰਦਰ ਦੱਸਣਾ ਹੁੰਦਾ। ਅਪਰੂਵਲ ਫਰੋਮ ਦਾ ਰਿਕੋਗਨਾਈਜ਼ਡ ਸਟਾਕ ਐਕਸਚੇਂਜ। ਦਾ ਇਸ਼ੂਅਰ ਸ਼ੈਲ obtain, ਦੇਖੋ issuer shall obtain in principle approval from the recognized stock exchange as in case of initial public officer from all the recognized stock exchange in case of further public officer where the specified। ਰਾਜੇ ਇਹਦੇ 'ਚ ਇਹੀ ਉਹ ਕਹਿਣਾ ਚਾਹੁੰਦੇ ਨੇ ਕਿ ਮਾਰਕੀਟ ਦੇ ਵਿੱਚ ਤੁਹਾਡੇ ਪ੍ਰੋਡਕਟ ਮਤਲਬ ਤੁਹਾਡੇ ਸ਼ੇਅਰ ਇਸ਼ੂ ਕਰਨ ਤੋਂ ਪਹਿਲਾਂ ਤੁਹਾਨੂੰ ਸੈਬੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਇਨੀਸ਼ੀਅਲ ਪਬਲਿਕ ਆਫਿਸਰ। ਦੇਖੋ ਸੈਬੀ ਐਵੇਂ ਨਹੀਂ ਤੁਹਾਨੂੰ ਸ਼ੇਅਰ ਇਸ਼ੂ ਕਰਨ ਦਊਗਾ, ਪਹਿਲਾਂ ਉਹ ਤੁਹਾਡੀ ਪੁਰਾਣੀ ਡੀਲਿੰਗ ਦੇਖੂਗਾ। ਮਤਲਬ ਅਗਰ ਤੁਹਾਨੂੰ ਸੈਬੀ ਅਪਰੂਵ ਕਰਦਾ ਵਾ, ਅਲਾਓ ਕਰਦਾ ਵਾ, ਤਾਂ ਹੀ ਤੁਸੀਂ ਮਾਰਕੀਟ ਦੇ ਵਿੱਚ ਸ਼ੇਅਰ ਇਸ਼ੂ ਕਰ ਸਕਦੇ। ਇਨ ਰਿਟਰਨ ਪਰਮਿਸ਼ਨ ਲੈਣੀ ਹੁੰਦੀ ਹੈ ਜੀ ਸਾਰੀਆਂ ਜਿੰਨੀਆਂ ਵੀ ਰਿਕੋਗਨਾਈਜ਼ਡ ਸਟਾਕ ਐਕਸਚੇਂਜ ਆ, ਫਰੋਮ ਆਲ ਦਾ ਰਿਕੋਗਨਾਈਜ਼ਡ ਸਟਾਕ ਐਕਸਚੇਂਜ ਵਿਦ ਇਨ ਇੰਡੀਆ। ਜਿੱਦਾਂ ਬੰਬੇ ਸਟਾਕ ਐਕਸਚੇਂਜ ਆ, ਨੈਸ਼ਨਲ ਸਟਾਕ ਐਕਸਚੇਂਜ ਆ, ਪਹਿਲਾਂ ਤੁਸੀਂ ਉਹਨਾਂ ਤੋਂ ਕੀ ਲੈਣੀ ਪੈਂਦੀ ਆ, ਤੁਹਾਨੂੰ ਅਪਰੂਵਲ ਲੈਣੀ ਪੈਂਦੀ ਹੈ। ਉਹ ਪਾਰਟੀ ਆ, ਉਹਨਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਜਿੱਥੇ ਜਿੱਥੇ ਤੁਹਾਡੇ ਡਾਕੂਮੈਂਟ ਹੋਣੇ। ਡਾਕੂਮੈਂਟ ਟੂ ਵੀ ਸਬਮਿਟਡ ਬਿਫੋਰ ਆਫ ਇਸ਼ੂ। ਕਹਿੰਦਾ ਸੈਬੀ ਨੂੰ ਜਾਂ ਬੋਰਡ ਨੂੰ ਕਿਹੜੇ ਕਿਹੜੇ ਡਾਕੂਮੈਂਟ ਸਬਮਿਟ ਕਰਾਉਣੇ ਪੈਂਦੇ ਆ। ਕਾਪੀ ਆਫ ਐਗਰੀਮੈਂਟ, ਇਹ ਬੇਸਿਕਲੀ ਰੂਲਸ ਨੇ ਰਾਜੇ ਕਿ ਜਦੋਂ ਤੁਸੀਂ ਪਬਲਿਕ ਇਸ਼ੂ ਕਰਨਾ ਵਾ ਤਾਂ ਕੀ ਕੀ ਕਰਾਉਣਾ। ਇੱਕ ਕਾਪੀ ਐਗਰੀਮੈਂਟ ਦੀ, ਕਿਹਦੀ, ਈਸ਼ੂਅਰ ਅਤੇ ਮਰਚੈਂਟ ਬੈਂਕ, ਮਤਲਬ ਤੁਹਾਡੀ ਮਰਚੈਂਟ ਬੈਂਕਰ ਨਾਲ ਜੋ ਐਗਰੀਮੈਂਟ ਆ ਉਹਦੀ ਕਾਪੀ। ਆ ਕਾਪੀ ਆਫ ਦਾ ਐਲੋਕੇਸ਼ਨ ਆਫ ਰਿਸਪੋਂਸਿਬਿਲਿਟੀ ਕਿ ਮਰਚੈਂਟ ਬੈਂਕਰ ਦੀਆਂ ਕੀ ਰਿਸਪੋਂਸਿਬਿਲਿਟੀ। ਇਹ ਡਿਊ ਡੈਲੀਜੈਂਸ ਸਰਟੀਫਿਕੇਟ ਕਿ ਤੁਸੀਂ ਡੈਲੀਗੇਟਲੀ ਸਾਰਾ ਕੰਮ ਕਰੋਗੇ ਬਿਨਾਂ ਕਿਸੇ ਮੈਨੀਪੂਲੇਸ਼ਨ ਤੋਂ, ਮਤਲਬ ਕੋਈ ਗਲਤ ਐਕਟੀਵਿਟੀ ਨੂੰ ਨਾ ਇਨਵੋਲਵ ਕਰਕੇ ਕੰਮ ਕਰੋਗੇ। ਇਨ ਅ ਕੇਸ ਆਫ ਇਸ਼ੂ ਆਫ ਕਨਵਰਟੇਬਲ ਡਿਬੈਂਚਰ ਇਸ਼ੂ ਐ ਡਿਊ ਡੈਲੀਜੈਂਸ ਸਰਟੀਫਿਕੇਟ ਫਰੋਮ ਦਾ ਡਿਬੈਂਚਰ ਟਰਸਟੀ। ਅਗਰ ਤੁਸੀਂ ਡਿਬੈਂਚਰ ਇਸ਼ੂ ਕਰ ਰਹੇ ਹੋ ਤਾਂ ਤੁਹਾਨੂੰ ਸਰਟੀਫਿਕੇਟ ਡਿਬੈਂਚਰ ਟਰਸਟੀ ਤੋਂ ਵੀ ਲੈਣਾ ਪਊਗਾ। A statement certifying all the lead merchant banker shall submit the following document to the board after issue। ਰਾਜੇ ਇਹ ਤਾਂ ਬਸ ਉੱਪਰ ਵਾਲੀਆਂ ਲਾਈਨਾਂ ਲਿਖ ਦਿਓ, ਬਹੁਤ ਆ, ਠੀਕ ਹੈ ਨਾ। ਕਿਹੜਾ ਕਿਹੜਾ ਸਰਟੀਫਿਕੇਟ ਦੇਣਾ ਪਊਗਾ? ਇੱਕ ਐਗਰੀਮੈਂਟ ਮਰਚੈਂਟ ਬੈਂਕਰ ਨਾਲ, ਠੀਕ ਹੈ। ਇੱਕ ਐਗਰੀਮੈਂਟ ਡਿਊ ਡੈਲੀਜੈਂਸ ਸਰਟੀਫਿਕੇਟ ਦਾ, ਜੇ ਤੁਸੀਂ ਡਿਬੈਂਚਰ ਆ ਤਾਂ ਡਿਬੈਂਚਰ ਟਰਸਟੀ ਵੱਲੋਂ ਵੀ ਇੱਕ ਸਰਟੀਫਿਕੇਟ ਦਿੱਤਾ ਜਾਊਗਾ, ਠੀਕ ਹੈ, ਕਿ ਤੁਸੀਂ ਸਾਰਾ ਕੁਝ ਪ੍ਰੋਪਰ ਤਰੀਕੇ ਦੇ ਨਾਲ ਕਰ ਲਓ। ਉਸ ਤੋਂ ਬਾਅਦ ਜਦੋਂ ਸਾਨੂੰ ਸੈਬੀ ਦੀ ਅਪਰੂਵਲ ਮਿਲ ਗਈ, ਅਸੀਂ ਡਾਕੂਮੈਂਟ ਸਬਮਿਟ ਕਰਾਤੇ, ਫਿਰ ਡਰਾਫਟ ਆਫਰ ਡਾਕੂਮੈਂਟ ਵੀ ਮੇਡ ਪਬਲਿਕ। The draft offer document filed with the board shall be made public for comments for a period of at least 21 days from the date of such filling by hosting it on the website। ਬਾਅਦ ਚੋਂ ਕੀ ਹੋਊਗਾ, ਤੁਹਾਡਾ ਜਿਹੜਾ ਡਰਾਫਟ ਆਫਰ ਆ ਉਹਨੂੰ ਤੁਸੀਂ ਵੈਬਸਾਈਟ 'ਤੇ ਆਪਣਾ ਸ਼ੋਅ ਕਰ ਦੋਗੇ ਕਿ ਇੱਕ ਕੰਪਨੀ ਇੰਨੀ ਤਰੀਕ ਨੂੰ ਮਾਰਕੀਟ ਦੇ ਵਿੱਚ ਸ਼ੇਅਰ ਇਸ਼ੂ ਕਰਨ ਜਾ ਰਹੀ। ਸੇਮ ਡੇਟ ਨੂੰ ਥੋੜ੍ਹੀ ਪਤਾ ਲੱਗਦਾ ਹੁੰਦਾ, ਪਹਿਲਾਂ ਅਨਾਊਂਸਮੈਂਟ ਹੋ ਜਾਂਦੀ, ਠੀਕ ਹੈ ਨਾ, ਵੈਬਸਾਈਟ 'ਤੇ। ਅਤੇ ਵੇਅਰ ਐਜ਼ ਸਪੈਸੀਫਾਈਡ ਸਿਕਿਉਰਿਟੀਜ਼ ਆਰ ਪੋਸਟਡ ਟੂ ਦ ਲਿਸਟਡ ਐਂਡ ਮਰਚੈਂਟ ਬੈਂਕਰ ਐਸੋਸੀਏਟਡ। ਨਾਲ ਹੀ ਤੁਸੀਂ ਸਾਰੀ ਡਿਟੇਲ ਵੀ ਦੇ ਦੋਗੇ ਕਿ ਸਾਡੇ ਕਿਹੜੇ ਮਰਚੈਂਟ ਬੈਂਕਰ ਹੈਗੇ ਨੇ। ਉਸ ਤੋਂ ਬਾਅਦ ਫਾਸਟ ਟਰੈਕ ਇਸ਼ੂ, ਇਹਦੇ ਵਿੱਚ ਕੀ ਹੁੰਦਾ ਵਾ, ਦ ਇਕੁਇਟੀ ਸ਼ੇਅਰ ਆਫ ਦ ਇਸ਼ੂਅਰ ਹੈਵ ਬੀਨ ਲਿਸਟਡ ਔਨ ਐਨੀ ਸਟਾਕ। ਇਹਦੇ 'ਚ ਕੀ ਹੁੰਦਾ, ਨਥਿੰਗ ਕੰਟੇਨਡ ਇਨ ਦ ਫਾਸਟ ਟਰੈਕ ਇਸ਼ੂ ਦਾ ਮਤਲਬ ਇਹ ਹੁੰਦਾ ਵਾ ਕਿ ਕਿੰਨੇ ਛੇਤੀ ਤੋਂ ਛੇਤੀ ਤੁਸੀਂ ਆਪਣੇ ਜਿਹੜੇ ਇਸ਼ੂ ਵਗੈਰਾ ਹੈਗੇ ਨੇ ਉਹ ਮਾਰਕੀਟ ਦੇ ਵਿੱਚ ਵੇਚਣ ਵਾਸਤੇ ਭੇਜਦੇ ਪਏ।
ਕਹਿੰਦਾ ਦਾ ਇਕੁਇਟੀ ਸ਼ੇਅਰ ਆਫ ਦਾ ਇਸ਼ੂਅਰ ਹੈਵ ਬੀਨ ਲਿਸਟਡ ਔਨ ਐਨੀ ਰਿਕੋਗਨਾਈਜ਼ਡ ਸਟਾਕ ਐਕਸਚੇਂਜ having national wide training terminal for a period of at least 3 years immediately preceding the reference date. ਇਹਦੇ 'ਚ ਮੈਂ ਤੁਹਾਨੂੰ ਮੇਨ ਚੀਜ਼ ਦੱਸਦਾ ਇੱਕ ਮਿੰਟ। ਇਹਦੇ 'ਚ ਮੇਨ ਚੀਜ਼ ਆਹ ਵਾ ਰਾਜੇ 95% ਸ਼ੇਅਰ ਆ ਜਿਹੜੇ ਤੁਹਾਡੇ ਉਹ 3 ਮਹੀਨੇ ਦੇ ਅੰਦਰ ਅੰਦਰ ਵਿਕ ਜਾਣੇ ਚਾਹੀਦੇ। ਇਹਦੇ 'ਚ ਇਹ ਆ ਫਾਸਟ ਟਰੈਕ ਇਸ਼ੂ ਕਿ ਇਸ ਤਰ੍ਹਾਂ ਤੁਸੀਂ ਵੇਚਣੇ ਨੇ ਕਿ 95% ਸ਼ੇਅਰ ਆ ਜਿਹੜੇ ਤੁਹਾਡੇ 3 ਮਹੀਨਿਆਂ ਦੇ ਅੰਦਰ ਅੰਦਰ ਵਿਕ ਜਾਣੇ ਚਾਹੀਦੇ। ਉਸ ਤੋਂ ਬਾਅਦ ਓਪਨਿੰਗ ਆਫ ਐਨ ਇਸ਼ੂ, ਜਿਹੜੀ ਓਪਨਿੰਗ ਹੁੰਦੀ ਆ ਰਾਜੇ ਪਬਲਿਕ ਇਸ਼ੂ ਹੋ ਸਕਦਾ ਮੇ ਬੀ ਓਪਨ ਵਿਦਨ 12 ਮੰਥਸ ਫਰੋਮ ਦਾ ਡੇਟ ਆਫ ਦਾ ਇਸ਼ੂ ਆਫ ਦਾ ਆਬਜ਼ਰਵੇਸ਼ਨ। ਮਤਲਬ ਜਦੋਂ ਤੁਸੀਂ ਡਰਾਫਟ ਆਫਰ ਕਰਤਾ, ਜਦੋਂ ਤੁਸੀਂ ਅਪਰੂਵਲ ਲੈ ਲਈ, ਉਹਦੇ 12 ਮਹੀਨੇ ਦੇ ਅੰਦਰ ਅੰਦਰ ਤੁਸੀਂ ਮਾਰਕੀਟ 'ਚ ਸ਼ੇਅਰ ਆਪਣੇ ਵੇਚਣ ਵਾਸਤੇ ਵੇਚ ਸਕਦੇ ਹੋ। ਉਸ ਤੋਂ ਬਾਅਦ ਅੰਡਰ ਰਾਈਟਿੰਗ। ਅੰਡਰ ਰਾਈਟਿੰਗ ਕੀ ਹੁੰਦਾ ਕਿ ਜਦੋਂ ਤੁਸੀਂ ਆਪਣੇ ਸ਼ੇਅਰ ਖੁਦ ਨਹੀਂ ਵੇਚਦੇ, ਤੁਸੀਂ ਥਰੂ ਬ੍ਰੋਕਰਸ ਵੇਚਦੇ ਹੋ। ਸ਼ੇਅਰ ਵੇਚਣ ਦੇ ਕਈ ਤਰੀਕੇ ਨੇ ਰਾਜੇ, ਕੰਪਨੀ ਖੁਦ ਵੀ ਵੇਚ ਸਕਦੀ ਹੈ, ਬੁੱਕ ਬਿਲਡਿੰਗ ਪ੍ਰੋਸੈਸ ਦੇ ਥਰੂ ਵੀ ਵੇਚ ਸਕਦੀ ਹੈ, ਬ੍ਰੋਕਰ ਦੇ ਵੇਚ ਵੀ ਸਕਦੀ। ਕਹਿੰਦਾ ਮੈਂ ਦੱਸਦਾ ਬੁੱਕ ਬਿਲਡਿੰਗ ਪ੍ਰੋਸੈਸ ਮਤਲਬ ਇਹ 'ਚ ਹੁੰਦਾ ਵਾ ਕਿ ਸ਼ੇਅਰ ਕਹਿੰਦੇ ਜਾਂਦਾ ਕਿ ਅਸੀਂ ਸ਼ੇਅਰ ਇੰਨੇ ਵੇਚਣਾ, ਤੁਸੀਂ ਦੱਸੋ ਕਿੰਨੇ ਪੈਸੇ ਦਿਓਗੇ। ਸਾਡੇ ਸ਼ੇਅਰ ਦੀ ਵੈਲਿਊ ਅਸੀਂ ਨਹੀਂ ਡਿਸਾਈਡ ਕਰਦੇ, ਮਾਰਕੀਟ ਡਿਸਾਈਡ ਕਰਦੀ ਕਿ ਉਹ ਕਿੰਨੇ ਦਾ ਸਾਡਾ ਸ਼ੇਅਰ ਖਰੀਦਣ ਨੂੰ ਰੈਡੀ ਹੈ। ਫਿਰ ਉਹਦੇ ਅਕੋਰਡਿੰਗਲੀ ਅਸੀਂ ਆਪਣਾ ਪ੍ਰਾਈਸ ਬਣਾਉਂਦੇ ਹਾਂ। ਜੇ ਹੁਣ 100 ਬੰਦੇ ਸਾਡਾ 150 ਰੁਪਏ ਲੈਣ ਨੂੰ ਰੈਡੀ ਹੈ ਤਾਂ ਸਾਡਾ ਪ੍ਰਾਈਸ 150 ਬਣ ਜਾਊ। ਇਹਨੂੰ ਕਹਿੰਦੇ ਨੇ ਬੁੱਕ ਬਿਲਡਿੰਗ ਪ੍ਰੋਸੈਸ। ਜਿਹੜੇ ਸ਼ੇਅਰ ਆ ਬੁੱਕ ਬਿਲਡਿੰਗ ਪ੍ਰੋਸੈਸ ਥਰੂ ਵੀ ਵੇਚੇ ਜਾ ਸਕਦੇ ਨੇ ਜਾਂ ਅੰਡਰ ਰਾਈਟਰਸ ਦੇ ਥਰੂ ਵੀ ਵੇਚੇ ਜਾ ਸਕਦੇ ਨੇ। ਕਹਿੰਦਾ 50% ਘੱਟੋ ਘੱਟ ਆਪਾਂ ਅੰਡਰ ਰਾਈਟਰਸ ਦੇ ਥਰੂ ਵੇਚਣਾ ਹੁੰਦਾ ਜਾਂ 50% ਘੱਟੋ ਘੱਟ ਆਪਾਂ ਇੰਸਟੀਟਿਊਸ਼ਨਲ ਬਾਇਰਸ ਨੂੰ ਦੇਣਾ ਹੁੰਦਾ, ਮਤਲਬ ਜਿਹੜੀਆਂ ਕੰਪਨੀਜ਼ ਨੇ, ਠੀਕ ਹੈ, ਉਹਨਾਂ ਨੂੰ ਦੇਣਾ ਹੁੰਦਾ। ਉਸ ਤੋਂ ਬਾਅਦ ਮਿਨੀਮਮ ਸਬਸਕ੍ਰਿਪਸ਼ਨ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਤੁਹਾਡੇ ਘੱਟੋ ਘੱਟ ਮਿਨੀਮਮ ਸਬਸਕ੍ਰਿਪਸ਼ਨ ਸ਼ੁੱਡ ਬੀ ਰਿਸੀਵਡ 80%, 90% ਸਬਸਕ੍ਰਿਪਸ਼ਨ ਆ ਜਿਹੜੀ ਤੁਹਾਡੀ ਉਹ ਰਿਸੀਵ ਹੋ ਜਾਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਲੋਕਾਂ ਨੂੰ ਵੈਸੇ ਵਾਪਸ ਕਰਨੇ ਪੈਣਗੇ। 90% ਸ਼ੇਅਰ ਤੁਹਾਡੇ ਵਿਕ ਜਾਣੇ ਚਾਹੀਦੇ, ਠੀਕ ਹੈ ਨਾ, ਵਿਦਿਨ 15 ਡੇਜ਼, ਨਹੀਂ ਤਾਂ ਤੁਹਾਨੂੰ 70 ਦਿਨਾਂ ਦੇ ਅੰਦਰ ਅੰਦਰ ਸਾਰੇ ਪੈਸੇ ਵਾਪਸ ਮੋੜਨੇ ਪੈਣੇ। 90 ਓਵਰ ਸਬਸਕ੍ਰਿਪਸ਼ਨ, ਅਗਰ ਤੁਹਾਡੇ ਓਵਰ ਸਬਸਕ੍ਰਾਈਬ ਹੋ ਜਾਂਦੇ ਨੇ ਤਾਂ ਕੋਈ ਅਲੋਟਮੈਂਟ ਨਹੀਂ ਕੀਤੀ ਜਾਊਗੀ ਓਵਰ ਵਾਲਿਆਂ ਨੂੰ, ਜਿੰਨੇ ਸ਼ੇਅਰ ਤੁਸੀਂ ਦੇ ਸਕਦੇ ਹੋ ਉਹਨਾਂ ਨੂੰ ਹੀ ਦਿੱਤਾ ਜਾਊ। ਮੈਨਰ ਆਫ ਕਾਲ ਕਹਿੰਦਾ ਇਫ ਦਾ ਇਸ਼ੂਅਰ ਪ੍ਰੋਸਾਈਡ ਟੂ ਰਿਸੀਵ ਸਬਸਕ੍ਰਿਪਸ਼ਨ ਮਨੀ ਇਜ਼ ਇਨ ਕਾਲ ਇਟ ਸ਼ੁੱਡ ਇਨਸ਼ੋਰ ਦੈਟ ਦਾ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਮਨੀ ਇਜ਼ ਕਾਲਡ ਵਿਦਿਨ 12 ਮੰਥਸ। ਦੇਖੋ ਜੀ ਅੱਜ ਕੱਲ੍ਹ ਵੈਸੇ ਹੁੰਦਾ ਨਹੀਂ, ਅੱਜ ਕੱਲ੍ਹ ਤਾਂ ਸਾਰਾ ਪੈਸਾ ਇੱਕੋ ਵਾਰ 'ਚ ਮੰਗਾ ਲੈਂਦੇ ਆ, ਲੇਕਿਨ ਉਹ ਕਹਿੰਦੇ ਅਗਰ ਤੁਸੀਂ ਇੰਸਟਾਲਮੈਂਟਾਂ 'ਚ ਮੰਗਵਾਉਂਦੇ ਪਏ ਹੋ ਤਾਂ 12 ਮਹੀਨਿਆਂ ਦੇ ਅੰਦਰ ਅੰਦਰ ਤੁਸੀਂ ਸਾਰਾ ਪੈਸਾ ਮੰਗਵਾ ਲੈਣਾ, ਠੀਕ ਹੈ। ਕਾਲ ਮਨੀ। ਅਲੋਟਮੈਂਟ, ਰਿਫੰਡ ਐਂਡ ਪੇਮੈਂਟ ਆਫ ਇੰਟਰਸਟ। ਅਗਰ ਕੋਈ ਅਲੋਟਮੈਂਟ ਕਰਨ ਵਾਲੀ ਆ, ਕੋਈ ਰਿਫੰਡ ਆ, ਤੇ ਦਾ ਇਸ਼ੂਅਰ ਐਂਡ ਮਰਚੈਂਟ ਬੈਂਕ ਸ਼ੈਲ ਅਸ਼ੋਰ ਦੈਟ ਅਗਰ ਕੋਈ ਰਿਫੰਡ ਆ ਉਹ 15 ਦਿਨਾਂ ਦੇ ਅੰਦਰ ਅੰਦਰ ਪ੍ਰੋਸੈਸ ਹੋ ਜਾਣਾ ਚਾਹੀਦਾ। ਜਿੱਦਾਂ ਮੈਨੂੰ ਓਵਰ ਸਬਸਕ੍ਰਿਪਸ਼ਨ ਆਈ, ਮੇਰੇ ਕੋਲ ਬਹੁਤ, ਜਿੱਦਾਂ ਮੇਰੇ ਕੋਲ 20,000 ਸ਼ੇਅਰ ਵੇਚਣ ਲਈ ਮੈਨੂੰ 40,000 ਦੀ ਐਪਲੀਕੇਸ਼ਨਾਂ ਆਈਆਂ, ਤਾਂ ਮੈਂ ਜਿਹੜਾ ਐਕਸਟਰਾ ਪੈਸਾ ਆਇਆ 15 ਦਿਨਾਂ ਦੇ ਅੰਦਰ ਅੰਦਰ ਰਿਫੰਡ ਕਰਨਾ, ਇਟ ਇਜ਼ ਮਾਈ ਡਿਊਟੀ। ਉਸ ਤੋਂ ਬਾਅਦ ਜਾਂ ਅਲਾਟ ਕਰਨੇ ਹੁੰਦੇ ਨੇ ਸ਼ੇਅਰ, ਠੀਕ ਹੈ। ਰਿਸਟ੍ਰਿਕਸ਼ਨ ਔਨ ਫਰਦਰ ਕੈਪੀਟਲ ਇਸ਼ੂ ਕਹਿੰਦਾ ਨੋ ਇਸ਼ੂਅਰ ਸ਼ੈਲ ਮੇਕ ਐਨੀ ਫਰਦਰ ਕੈਪੀਟਲ ਇਸ਼ੂ ਬਾਏ ਦਾ ਵੇ ਆਫ ਪਬਲਿਕ ਇਸ਼ੂ and issue bonus share in case of a fast track during the period between the date of registering the red hiring prospectus with the registrar of company filing the letter of credit in case of other issue during the period between the ਜਦ ਤੱਕ ਰਾਜੇ ਤੁਹਾਡਾ ਪੁਰਾਣਾ ਪ੍ਰੋਸੈਸ ਕੰਪਲੀਟ ਨਹੀਂ ਹੋ ਜਾਂਦਾ ਤੁਸੀਂ ਨਵੇਂ ਪਬਲਿਕ ਇਸ਼ੂ ਨਹੀਂ ਕਰ ਸਕਦੇ। ਪਹਿਲਾਂ ਤੁਹਾਡਾ ਪੁਰਾਣਾ ਪ੍ਰੋਸੈਸ ਕੰਪਲੀਟ ਹੋਊਗਾ, ਠੀਕ ਹੈ, ਪੁਰਾਣਾ ਪ੍ਰੋਸੈਸ ਜਿਹੜੇ ਆਪ ਸ਼ੇਅਰ ਵੇਚਦੇ ਪਏ ਪਹਿਲਾਂ ਇਹ ਕੰਪਲੀਟ ਹੋਊਗਾ, ਉਸ ਤੋਂ ਬਾਅਦ ਤੁਸੀਂ ਜਿਹੜੇ ਨਵੇਂ ਸ਼ੇਅਰ ਇਸ਼ੂ ਕਰ। ਇਨ ਕੇਸ ਆਫ ਅਦਰ ਇਸ਼ੂ ਡਿਊਰਿੰਗ ਦਾ ਪੀਰੀਅਡ ਬਿਟਵੀਨ ਦਾ ਡੇਟ ਆਫ ਫਿਲਿੰਗ ਦਾ ਡਰਾਫਟ ਆਫ ਅ ਡਾਕੂਮੈਂਟ ਵਿਦ ਦਾ ਬੋਰਡ ਐਂਡ ਲਿਸਟਿੰਗ ਆਫ ਦਾ ਥਰੂ ਦਾ ਆਫ ਅ ਡਾਕੂਮੈਂਟ ਰਿਫੰਡ ਆਫ ਐਪਲੀਕੇਸ਼ਨ ਅਨਲੈਸ ਫੁੱਲ ਡਿਸਕਲੋਜ਼ਰ ਰਿਗਾਰਡਿੰਗ ਦਾ ਟੋਟਲ ਨੰਬਰ ਆਫ ਸੈਸੂਅਸ ਕੋਡ। ਇਹ ਤਾਂ ਸਿੰਪਲ ਹੈ, ਮੈਂ ਤੁਹਾਨੂੰ ਪਤਾ ਲੱਗ ਹੀ ਗਿਆ, ਠੀਕ ਹੈ। ਪਹਿਲਾਂ ਤੁਸੀਂ ਮੈਂ ਤੁਹਾਨੂੰ ਸਾਰਾ ਇੱਕ ਵਾਰੀ ਦੱਸ ਦਿੰਦਾ ਸਾਰੇ ਪੁਆਇੰਟ। ਇਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਸੀਗਾ ਜਨਰਲ ਕੰਡੀਸ਼ਨ ਕਿ ਜਿਹੜਾ ਬੰਦਾ ਬਾਰਡ ਆ, ਜਿਹੜਾ ਕੰਪਨੀ ਬਾਰਡ ਮਤਲਬ ਜਿਹਦੀ ਰਿਸਟ੍ਰਿਕਸ਼ਨ ਨਹੀਂ ਅਲਾਊਡ ਹੈਗੀ, ਜਿਹਦੀ ਐਂਟਰੈਂਸ ਨਹੀਂ ਅਲਾਊਡ ਹੈਗੀ, ਉਹ ਪਬਲਿਕ ਇਸ਼ੂ ਨਹੀਂ ਕਰ ਸਕਦਾ। ਉਸ ਤੋਂ ਬਾਅਦ ਆਪਾਂ ਨੂੰ ਇੱਕ ਮਰਚੈਂਟ ਬੈਂਕਰ ਅਪਾਇੰਟ ਕੀਤਾ ਜਾਂਦਾ ਜਿਹੜਾ ਕਿ ਇੰਟਰਮੀਡੀਏਰੀਜ਼ ਰੱਖਣ ਦੇ ਵਿੱਚ ਸਾਡੀ ਮਦਦ ਕਰਦਾ ਵਾ, ਠੀਕ ਹੈ ਨਾ। ਉਸ ਤੋਂ ਬਾਅਦ ਕੀ ਹੁੰਦਾ ਵਾ, ਅਸੀਂ ਆਫਰ ਡਾਕੂਮੈਂਟ ਫਿਲ ਕਰਦੇ ਹਾਂ, ਠੀਕ ਹੈ ਨਾ, ਜਿਹਦੇ ਵਿੱਚ ਅਸੀਂ ਬੋਰਡ ਤੋਂ ਪਰਮਿਸ਼ਨਸ ਵਗੈਰਾ ਲੈਣੀਆਂ ਹੁੰਦੀਆਂ ਨੇ, ਡੇਟ ਆਫ ਰਿਸਿਪਟ ਡਿਸਾਈਡ ਕਰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਅਸੀਂ ਕੀ ਹੁੰਦਾ ਵਾ, ਅਪਰੂਵਲ ਲੈਣੀ ਹੁੰਦੀ ਹੈ ਸਟਾਕ ਐਕਸਚੇਂਜ ਤੋਂ ਅਗਰ ਉਹ ਰਜਿਸਟਰਡ ਹੋਣਗੇ ਪ੍ਰੋਪਰ। ਫਿਰ ਆਪਾਂ ਡਾਕੂਮੈਂਟ ਸਬਮਿਟ ਕਰਾਉਣੇ ਹੁੰਦੇ ਨੇ, ਜਿੱਦਾਂ ਕਿਹੜੇ ਕੁਝ ਐਗਰੀਮੈਂਟਸ, ਜਿੱਦਾਂ ਸਾਡਾ ਮਰਚੈਂਟ ਬੈਂਕ ਨਾਲ ਐਗਰੀਮੈਂਟਸ ਆ ਉਹ ਸਾਨੂੰ ਅਲਾਓ ਕਰ ਦਿੰਦੇ ਆ। ਉਸ ਤੋਂ ਬਾਅਦ ਫਿਰ ਅਸੀਂ ਡਰਾਫਟ ਆਫਰ ਆਪਣੀ ਵੈਬਸਾਈਟ 'ਤੇ ਚਾੜ ਦਿੰਦੇ ਕਿ ਹਾਂਜੀ ਕੰਪਨੀ ਆ ਰਹੀ ਹੈ ਜੀ ਸ਼ੇਅਰ ਲੈ ਕੇ, ਠੀਕ ਹੈ ਨਾ। ਉਸ ਤੋਂ ਬਾਅਦ ਫਾਸਟ ਟਰੈਕ ਇਸ਼ੂ ਹੋ ਜਾਂਦੀ ਹੈ, ਕਈ ਤਰੀਕੇ ਹੁੰਦੇ ਨੇ ਜਿਨ੍ਹਾਂ ਦੇ ਥਰੂ ਅਸੀਂ ਮਾਰਕੀਟ ਦੇ ਵਿੱਚ ਇਸ਼ੂ ਆਪਣਾ ਸ਼ੇਅਰ ਕਰ ਦਿੰਦੇ। ਓਪਨਿੰਗ ਆਫ ਐਨ ਇਸ਼ੂ ਹੋ ਜਾਂਦੀ ਹੈ, ਪਬਲਿਕ ਆਫਰ ਹੋ ਜਾਂਦਾ ਵਾ ਰਾਜੇ, ਅਤੇ 12 ਮਹੀਨਿਆਂ ਦੇ ਅੰਦਰ ਅੰਦਰ ਇਹ ਸਾਰਾ ਕੰਮ ਆ ਜਿਹੜਾ ਕੰਪਲੀਟ ਹੋ ਜਾਣਾ ਚਾਹੀਦਾ ਵਾ, ਠੀਕ ਹੈ। ਅੰਡਰ ਰਾਈਟਿੰਗ ਹੀ ਹੁੰਦਾ ਵਾ ਜਦੋਂ ਆਪਾਂ ਆਪਣੇ ਸ਼ੇਅਰ ਆਪ ਵੀ ਵੇਚ ਸਕਦੇ ਹਾਂ, ਬੁੱਕ ਬਿਲਡਿੰਗ ਦੇ ਥਰੂ ਵੀ ਵੇਚ ਸਕਦੇ ਹਾਂ ਪ੍ਰੋਸੈਸ, ਪਲੱਸ ਅੰਡਰ ਰਾਈਟਰਸ ਦੇ ਥਰੂ ਵੀ ਵੇਚ ਸਕਦੇ ਹਾਂ। 50% ਸ਼ੇਅਰ ਆ ਜਿਹੜੇ ਕੰਪਲਸਰੀ ਅਲਾਟ ਹੋਣੇ ਚਾਹੀਦੇ ਨੇ
ਇੰਸਟੀਟਿਊਸ਼ਨਲ ਇਨਵੈਸਟਰਸ ਨੂੰ, ਮਤਲਬ ਜਿਹੜੀਆਂ ਫਰਮਸ ਹੁੰਦੀਆਂ 50% ਉਹਨਾਂ ਨੂੰ ਦੇਣਾ ਹੁੰਦਾ ਹੈ। ਇਸ ਤਰ੍ਹਾਂ ਦੀ ਕੋਈ ਰੂਲਿੰਗ ਹੈਗੀ ਹੈ। ਮਿਨੀਮਮ ਸਬਸਕ੍ਰਿਪਸ਼ਨ 90 ਦਿਨਾਂ ਦੇ ਅੰਦਰ ਅੰਦਰ ਸਾਡੇ 3 ਮਹੀਨਿਆਂ ਦੇ ਅੰਦਰ ਅੰਦਰ 15 ਦਿਨਾਂ ਦੇ ਅੰਦਰ ਅੰਦਰ ਸਾਡੇ 90% ਸ਼ੇਅਰ ਵਿਕ ਜਾਣੇ ਚਾਹੀਦੇ। ਓਵਰ ਸਬਸਕ੍ਰਿਪਸ਼ਨ ਕੀ ਹੁੰਦਾ ਵਾ, ਜੇ ਸਾਨੂੰ ਅਸੀਂ ਆਫਰ ਕੀਤਾ ਸੀ 20,000 ਸ਼ੇਅਰ ਲੇਕਿਨ ਸਾਨੂੰ ਐਪਲੀਕੇਸ਼ਨ ਆ ਗਿਆ 40,000 ਤਾਂ ਆਪਾਂ ਬਾਕੀ ਪੈਸੇ ਵਾਪਸ ਕਰ ਦਾਂਗੇ, ਠੀਕ ਹੈ ਨਾ। ਆਪਾਂ ਕਿਸੇ ਨੂੰ ਜ਼ਿਆਦਾ ਸ਼ੇਅਰ ਨਹੀਂ ਦੇਣਾ। ਮੈਨਰ ਆਫ ਕਾਲਸ, ਅਗਰ ਤੁਸੀਂ ਇੰਸਟਾਲਮੈਂਟਾਂ 'ਚ ਪੈਸਾ ਮੰਗਾ ਰਹੇ ਹੋ ਤਾਂ 12 ਮਹੀਨਿਆਂ ਦੇ ਅੰਦਰ ਅੰਦਰ ਸਾਰਾ ਪੈਸਾ ਤੁਹਾਨੂੰ ਆ ਜਾਣਾ ਚਾਹੀਦਾ। 15 ਦਿਨਾਂ ਦੇ ਅੰਦਰ ਅੰਦਰ ਜੇ ਤੁਹਾਡਾ ਰਿਫੰਡ ਹੈਗਾ 13ਵਾਂ ਪੁਆਇੰਟ ਤਾਂ ਉਹਨੂੰ ਵਾਪਸ ਕਰਨਾ, ਅਲੋਟਡ ਕਰਨੇ ਸ਼ੇਅਰ। ਰਿਸਟ੍ਰਿਕਸ਼ਨ ਕੀ ਹੈ, ਜਦ ਤੱਕ ਤੁਸੀਂ ਪੁਰਾਣਾ ਪ੍ਰੋਸੈਸ ਨਹੀਂ ਕੰਪਲੀਟ ਕੀਤਾ ਨਵੇਂ ਨਹੀਂ ਇਸ਼ੂ ਨਹੀਂ ਕਰ ਸਕਦੇ। ਇਹ ਸੀਗੇ ਜੀ ਰੂਲਸ ਰਿਗਾਰਡਿੰਗ ਸੈਬੀ ਗਾਈਡਲਾਈਨਸ ਰਿਗਾਰਡਿੰਗ ਇਸ਼ੂ ਆਫ ਪਬਲਿਕ ਇਸ਼ੂ, ਕਿ ਜਦੋਂ ਤੁਸੀਂ ਨਵੇਂ ਸ਼ੇਅਰ ਇਸ਼ੂ ਕਰਨੇ ਹੁੰਦੇ। ਥੈਂਕ ਯੂ। ਹੋਰ ਕਦੇ ਕੁਛ ਹੈਗਾ